तो साध संगत जी, ਜਦੋਂ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆ ਕੇ ਵਿਰਾਜਮਾਨ ਹੁੰਦੇ ਹਾਂ ਤੇ ਉਦੋਂ ਸਾਡਾ ਇਹ ਸੁਭਾਗਾ ਸਮਾਂ ਜਿਹੜਾ ਹੈ ਪਰਮਾਤਮਾ ਦੀ ਚਰਨ ਸ਼ਰਨ ਦੇ ਵਿੱਚ ਹਾਜ਼ਰੀ ਦਿੰਦਾ ਹੋਇਆ, ਗੁਰੂ ਦੀ ਗੁਰਬਾਣੀ ਨੂੰ ਸਰਵਣ ਕਰਦਾ ਹੋਇਆ ਆਪਣੇ ਜੀਵਨ ਨੂੰ, ਆਪਣੀਆਂ ਘੜੀਆਂ ਨੂੰ, ਆਪਣੇ ਪਲਾਂ ਨੂੰ ਸਫਲਾ ਕਰਦਾ ਹੈ। तो साध संगत जी, ਅਸੀਂ ਕੱਤਕ ਦੀ ਸੰਗਰਾਂਦ ਮਨਾ ਰਹੇ ਹਾਂ। ਵਾਹਿਗੁਰੂ ਕਿਰਪਾ ਕਰਨ ਕਿ ਸਾਡੇ ਇਸ ਗੁਰੂ ਚਰਨਾਂ ਦੇ ਵਿੱਚ ਬੈਠਣ ਦਾ ਫਲ ਜਿਹੜਾ ਹੈ ਉਹ ਸਾਡੀ ਰੂਹ ਨੂੰ ਪ੍ਰਾਪਤ ਹੋ ਜਾਵੇ ਔਰ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਗੁਣਗਾਨ ਕਰਦੇ ਹੋਏ ਉਸ ਦੇ ਨਾਲ ਜੋੜ ਕਰ ਸਕੀਏ। ਸਾਧ ਸੰਗਤ ਜੀ, ਫਤਿਹ ਬੁਲਾਓ। ਗੁਰੂ ਦੀ ਸਾਜੀ ਨੂੰ ਆਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ, ਜਿੰਨੀ ਸੰਗਤ ਬੈਠੀ ਹੈ ਸਿਮਰਨ ਕਰੋ 2 ਮਿੰਟ ਵਾਸਤੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੋਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ, ਅਸੀਂ ਹੁਣੇ ਸੁਖਮਨੀ ਸਾਹਿਬ ਦਾ ਜੋ ਪਾਠ ਚੱਲ ਰਿਹਾ ਸੀ ਉਸ ਦਾ ਸਮਾਪਨ ਹੋਇਆ ਹੈ। ਹੁਣ ਹੁਕਮ ਹੋਇਆ ਹੈ ਦਾਸ ਨੂੰ ਕਿ ਅੱਜ ਦੇ ਮਹੀਨੇ ਕੱਤਕ ਦੇ ਮਹੀਨੇ ਦੀ ਕਥਾ ਜਿਹੜੀ ਹੈ ਉਹ ਆਪ ਜੀ ਨੂੰ ਸਰਵਣ ਕਰਵਾਈ ਜਾਵੇ। ਸੋ ਸਤਿਗੁਰੂ ਸਾਨੂੰ 12 ਮਾਹ ਦੇ ਵਿੱਚ ਬਖਸ਼ਿਸ਼ ਕਰਦੇ ਆ। ਕੱਤਕ ਮਹੀਨੇ ਦਾ ਜੋ ਵਿਚਾਰ ਹੈ ਉਹ ਆਪ ਜੀ ਨਾਲ ਸਾਂਝਾ ਕਰਾਂਗੇ ਕਿ ਸਤਿਗੁਰੂ ਸਾਨੂੰ ਕੀ ਕਹਿੰਦੇ ਹੈ, ਕਿਉਂਕਿ 12 ਮਾਹ ਜੋ ਰਚਨਾ ਹੈ ਉਹ ਸਾਨੂੰ ਸਾਲ ਦੇ ਰੁੱਤਾਂ ਦੇ ਮੁਤਾਬਕ ਅਸੀਂ ਕਿਸ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਨਾਲ ਪਰਮਾਤਮਾ ਨਾਲ ਜੁੜਨਾ ਹੈ, ਕਿਸ ਤਰ੍ਹਾਂ ਦੇ ਅਸੀਂ ਕਰਮ ਕਰਨੇ ਹੈ, ਕਿਸ ਤਰ੍ਹਾਂ ਅਸੀਂ ਪਰਮਾਤਮਾ ਦੀ ਭਗਤੀ ਕਰਨੀ ਹੈ, ਕਿਸ ਤਰ੍ਹਾਂ ਅਸੀਂ ਪਰਮਾਤਮਾ ਨਾਲ ਪਿਆਰ ਕਰਨਾ ਹੈ। ਇਹ 12 ਮਾਹ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਬਹੁਤ ਖੁੱਲ੍ਹੇ ਅਤੇ ਸੋਹਣੇ ਤਰੀਕੇ ਦੇ ਨਾਲ, ਸਿੱਧੇ ਤਰੀਕੇ ਦੇ ਨਾਲ ਸਮਝਾਉਂਦੇ ਆ ਕਿ ਭਾਈ ਗੁਰਮੁਖ ਪਿਆਰਿਆ, ਜੇ ਤੂੰ ਪਰਮਾਤਮਾ ਨਾਲ ਜੁੜ ਜਾਏਗਾ ਨਾ ਤੇ ਤੇਰਾ ਇਹ ਜੀਵਨ ਜਿਹੜਾ ਹੈ ਸੁੱਖਾਂ ਵਾਲਾ ਹੋ ਜਾਏਗਾ। ਦੁੱਖ ਕਸ਼ਟ ਕਲੇਸ਼ ਜਿਹੜੇ ਹੈ ਤੇਰੇ ਜੀਵਨ ਦੇ ਵਿੱਚੋਂ ਬਾਹਰ ਨਿਕਲ ਜਾਣਗੇ। ਤੈਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਤੇਰਾ ਮਨ ਸੀਤਲ ਹੋ ਜਾਏਗਾ, ਮਨ ਟਿਕਾ ਦੇ ਵਿੱਚ ਆ ਜਾਏਗਾ, 10 ਦਿਸ਼ਾਵਾਂ ਦੇ ਵਿੱਚ ਨਹੀਂ ਭਟਕੇਗਾ, ਮਨ ਜਲਨ ਨਹੀਂ ਕਰੇਗਾ, ਅਗਨੀ ਤੈਨੂੰ ਤੜਫਾਏਗੀ ਨਹੀਂ। ਤੂੰ ਸੀਤਲ ਹੋ ਕੇ ਪਰਮਾਤਮਾ ਦੇ ਰੰਗ ਦੇ ਵਿੱਚ, ਪਰਮਾਤਮਾ ਦੇ ਰਸ ਦੇ ਵਿੱਚ ਮਸਤੀ ਮਾਣਦਾ ਹੋਇਆ ਆਪਣਾ ਜੀਵਨ ਜਿਹੜਾ ਹੈ ਸੁੱਖਾਂ ਨਾਲ ਜੀਵੇਗਾ। ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਆ ਕੱਤਕ ਦੇ ਵਿੱਚ। ਕੀ ਬਖਸ਼ਿਸ਼ ਕਰਦੇ ਆ ਸਾਨੂੰ, ਆਓ ਆਪਾਂ ਵਿਚਾਰ ਕਰੀਏ। ਕੱਤਕ ਕਰਮ ਤੁਮਾਮਣੇ ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਾਧ ਸੰਗਤ ਜੀ, ਸਤਿਗੁਰੂ ਇਸ ਤੁਕ ਦੇ ਵਿੱਚ ਸਾਨੂੰ
सानू ये बख्शिश करते हैं कि कत्तक का महीना जिहड़ा है ना उस दे विच असी कर्म कमाउने हैं। कर्म असी पहला भी कमाउने हैं। कई बारी कर्म असी शुभ कर्म कमाउने हैं, शुभ कर्म करते हैं, साडी नीति शुभ होंदी है। कई बारी असी ऐसा जाने अनजाने दे विच भी अशुभ कर्म कर बैठते हैं, पाप कर्म जिन्होंने कहा जाता है वो कर बैठते हैं। पर उसका रिजल्ट गुरु साहब ये कहते हैं कि जो साडे ते शरीर के उत्ते साडे जीवन दे विच कष्ट आउंदे है, दुख आउंदे है, उदों सानू कष्ट हुंदा ते साडा मन जिहड़ा है वो दुख पाउंदा है, साडा जीव जिहड़ा है वो दुख पाउंदा है। तो फिर असीं दोष जिहड़ा है ना इन्हां कर्मां दा किसी होर लोकां नूं दे दिंदे हैं। कई बारी तां असीं ये सुनिया है कि लोग कहते हैं लै मैं परमात्मा ने मैनू एडा वड्डा दुख देता, मैं की माड़ा कर्म करिया सी, परमात्मा नूं दोष दे दो। पर गुरु साहब कहते हैं नहीं भाई, कत्तक कर्म कमावणे, कत्तक दे विच ये गुरमुख प्यारिओ असीं कर्म कमाउने हैं। पर जिहड़े कर्म शुभ हुंदे आ उन्हां दा फल तां शुद्ध है, पर जिहड़े पाप कर्म हो जाते हैं उन्हां दे सानूं दोष लगदे आ ते असीं बुखला के दोष जिहड़े आ वो कई बार दूसरे लोगों को दे देंगे, कई बार असीं परमात्मा को भी दे देंगे। पर गुरु साहब कहते नहीं भाई, की कारण है? कहते परमेश्वर ते भुलिया व्यापन सबे रोग। ये रोग जिहड़े बनते हैं ना तुहाडे शरीर दे विच, बीमारियां बनदियां, कष्ट बनते हैं, मन की जलन हुंदी है, ये क्यों बनती है? गुरु साहब कहते भी जो साडा परमेश्वर तो विसारा हो जाता है, असी परमेश्वर को भुल जाते हैं, तो उदों परमेश्वर तो जो विसारा होंदा है तो साडी रूह जिहड़ी है दुखों के अनुभव करने शुरू कर देंदी है। साडे कर्म जिहड़े है वो दुख रूप बन के साडे जीवन दे विच सानूं कष्ट दिंदे आ, साडा मन दुखी होंदा है। गुरु साहब कहते इस करके परमेश्वर तो भुलिया जो बंदा जिहड़ा है ना वो रोगग्रस्त हो जाता, रोगों को हटाता है, दुख हटाता है, पाप कर्म हटाता है, उन्होंने जीवन जो दुखमई हो जाता और बड़ा कष्ट पाता है। परमेश्वर के भुलिया कि हुण दसो असी परमेश्वर को किवें भुलते हैं तो किवें असी याद रखना, अज असी ये विचार करना। गुरु साहब कहते हैं भी परमेश्वर को जिहड़ा बंदा भुल जाता है ना, अपने जीवन दे विच दास ने बहुत बार वेख्या कि संगतां साहिब श्री गुरु ग्रंथ साहब महाराज जी की हजूरी दे विच आके भी परमेश्वर को विसारा कर लेते हैं। गुरु ग्रंथ साहब की सुच्ची बाणी, पवित्र बाणी, पावन बाणी जिहड़ी सानू सच दा रस्ता दिखाउंदी है, उहदा प्रवाह चल रहा है ते संगतां पिछे बैठियां, दो बुढ़ियां चार बुढ़ियां गल्लां आपदियां घर दियां ही करियां जांदियां। बड़ियां देर बाद मिलियां भैणे, इन्नियां गल्लां करदियां कि मुकदियां नहीं। गुरबाणी का ये नहीं पता भी गुरु साहब सानू की आदेश देंगे, की हुक्म देंगे। ऐसा असीं गलती कर बैठे हैं जाने अनजाने दे विच, सानू नहीं पता लगता कि गुरु साहब की हजूरी दे विच आके जो असीं मन नूं गुरु की हजूरी चों बाहर कट के अपने मन मर्जी के मुताबिक यूज करते हैं, वरतते हैं, अपनियां गल्लां करते हैं, लोगों की निंदा चुगली करते हैं, होर खेल करते हैं, होर संसार दीयां गल्लां दे विचार करते हैं, उदों गुरु ग्रंथ साहिब की जिहड़ी है वो अवग्या हो जाती है। क्योंकि गुरु ग्रंथ साहिब परमात्मा का स्वरूप है, परमेश्वर इस दे विच विराजमान है। साहिब श्री गुरु ग्रंथ साहब जी के महाराज जी के विच 10 गुरु साहिबान साहिब श्री गुरु ग्रंथ साहब जी के विच विराजमान है। जे किते साडी रूह परम पिता परमात्मा ने साहिब श्री गुरु ग्रंथ साहब नूं परम पिता परमात्मा का स्वरूप मान के साहिब श्री गुरु ग्रंथ साहब के चरणों के विच नतमस्तक हो जाए, एकाग्र हो जाए, सुरती जोड़ के गुरु की बाणी नूं सरवण करे ते गुरु की बाणी सरवण करती हुई अपने हिरदे दे विच वसा के उस बाणी का जो प्रभाव है उस दे उत्ते चले, जो गुरबाणी आदेश कर रही है अपने जीवन को उस दे विच ढाले ते फिर गुरु परम पिता परमात्मा की साडे ते किरपा हो जाती है। असीं परम पिता परमात्मा के प्यारे हो जाते हैं और असीं परम पिता परमात्मा के नाल जुड़ के परमात्मा के आनंद स्वरूप की प्राप्ति करते हैं। तीजे पातशाह जी ने यही गल कही हुई है, आनंद भया मेरी माए सतगुरु मैं पाया, सतगुरता पाया सहज सेती मन बचियां वादाइयां,
ਜਦੋਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਉਦੋਂ ਆਨੰਦ ਦੀ ਪ੍ਰਾਪਤੀ ਨਾਲ ਹੋ ਜਾਂਦੀ ਹੈ, ਔਰ ਜਦੋਂ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਉਦੋਂ ਸਾਡੇ ਜਿਹੜੇ ਹੈ ਅਰਹਤ ਧੁਨ ਵੱਜਣੀ ਸ਼ੁਰੂ ਹੋ ਜਾਂਦੀ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਿਆ ਆਈਆਂ, ਉਹਦਾ ਮਤਲਬ ਹੈ ਕਿ ਅਨਹਦ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਅੰਤਰ ਨੂੰ। ਤੋ ਸਾਧ ਸੰਗਤ ਜੀ, ਅਸੀਂ ਵਿਚਾਰ ਕਰਦੇ ਹਾਂ ਕਿ ਅਸੀਂ ਪਰਮੇਸ਼ਰ ਤੋਂ ਵਿਸਾਰਾ ਕਿਵੇਂ ਕਰ ਲੈਂਦੇ ਹਾਂ। ਕਈ ਵਾਰੀ ਦੇਖਿਆ ਕਿ ਸੰਗਤਾਂ ਆਉਂਦੀਆਂ ਗੁਰੂ ਦੇ ਦਰ ਤੇ ਨਤਮਸਤਕ ਹੋਈਆਂ, ਗੁਰੂ ਸਾਹਿਬ ਨੂੰ ਭੇਟਾ ਕਰਨੀ ਹੈ, ਗ੍ਰੰਥੀ ਸਾਹਿਬ ਨਾਲ ਗੱਲ ਕਰਦੇ ਆ, ਗ੍ਰੰਥੀ ਸਾਹਿਬ ਜੀ ਅਰਦਾਸ ਕਰ ਦਿਓ, ਮੂੰਹ ਅਰਦਾਸ ਗ੍ਰੰਥੀ ਸਾਹਿਬ ਗੁਰੂ ਵੱਲ ਮੂੰਹ ਕਰਕੇ ਕਰ ਰਿਹਾ ਹੈ, ਤੇ ਸੰਗਤ ਦੇ ਗੁਰੂ ਪਿਆਰ ਵਾਲੀ ਰੂਹ ਜਿਹੜੀ ਅਰਦਾਸ ਕਰਵਾਉਣੀ ਆ ਉਹਦਾ ਮੂੰਹ ਕਈ ਵਾਰੀ ਗੁਰੂ ਗ੍ਰੰਥੀ ਸਾਹਿਬ ਦੇ ਮੁੱਖ ਵੱਲ ਹੁੰਦਾ, ਉਹਦਾ ਧਿਆਨ ਗੁਰੂ ਦੇ ਚਰਨਾਂ ਵੱਲ ਨਹੀਂ ਹੁੰਦਾ। ਇਹ ਵੀ ਸਾਡੇ ਤੋਂ ਵਿਸਾਰਾ ਹੋ ਜਾਂਦਾ। ਕਈ ਵਾਰੀ ਅਸੀਂ ਗ੍ਰੰਥੀ ਸਾਹਿਬ ਨਾਲ ਗੱਲ ਕਰਦੇ ਹਾਂ, ਕਿਸੇ ਹੋਰ ਬੰਦੇ ਨਾਲ ਕਰਦੇ ਹਾਂ, ਤੇ ਸਾਡੀ ਜਿਹੜੀ ਪਿੱਠ ਜਿਹੜੀ ਹੈ ਉਹ ਗੁਰੂ ਸਾਹਿਬ ਵੱਲ ਹੋ ਜਾਂਦੀ ਹੈ। ਇਹ ਵੀ ਅਵੱਗਿਆ ਹੋ ਜਾਂਦੀ ਹੈ। ਸਾਨੂੰ ਜਾਣੇ ਅਣਜਾਣੇ ਦੇ ਵਿੱਚ ਐਸੀਆਂ ਅਵੱਗਿਆਵਾਂ ਹੁੰਦੀਆਂ ਜਿਹੜਾ ਕਿ ਪਰਮੇਸ਼ਰ ਸਾਡੇ ਤੋਂ ਵਿਸਾਰਾ ਹੋ ਜਾਂਦਾ, ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ। ਤੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ, ਭਾਈ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੈ ਰੋਗ। ਇੱਕ ਕਥਾ ਮੇਰੇ ਯਾਦ ਆ ਗਈ ਛੋਟੀ ਜੀ। ਇੱਕ ਨੌਜਵਾਨ ਮੁੰਡਾ ਗੀਤ ਗਾਉਂਦਾ ਹੁੰਦਾ ਸੀ। ਉਸ ਨੇ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਇੱਕ ਗੀਤ ਦੀ ਵੀਡੀਓ ਬਣਾਈ ਲੜਕੀ ਨੂੰ ਨਾਲ ਲੈ ਕੇ, ਪਰ ਗੁਰੂ ਸਾਹਿਬ ਨੂੰ ਸਮਰਪਿਤ ਮਨ ਨਹੀਂ ਸੀ, ਸਿਰਫ ਧਿਆਨ ਸੀ ਵੀਡੀਓ ਦੇ ਵਿੱਚ। ਔਰ ਜਦੋਂ ਵੀਡੀਓ ਬਣਾਈ, ਵੀਡੀਓ ਚਲੋ ਚੱਲ ਗਈ, ਉਹ ਦੂਜੀ ਵੀਡੀਓ ਬਣਾਉਣ ਵਾਸਤੇ ਉਸੇ ਤਰ੍ਹਾਂ ਫਿਰ ਲੜਕੀ ਨੂੰ ਨਾਲ ਲੈ ਕੇ ਹਰਿਮੰਦਰ ਸਾਹਿਬ ਦੇ ਵਿੱਚ ਆ ਗਿਆ, ਪਰ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਧਿਆਨ ਨਹੀਂ ਹੈ, ਧਿਆਨ ਵੀਡੀਓ ਦੇ ਬਣਾਉਣ ਦੇ ਵਿੱਚ ਹੀ ਹੈ। ਹੁਣ ਕੀ ਹੋਇਆ ਕਿ ਜਦੋਂ ਦੂਜੀ ਵੀਡੀਓ ਬਣਾਈ ਨਾ ਤੇ ਘਰੇ ਚਲਾ ਗਿਆ ਤੇ ਰਾਤ ਨੂੰ ਉਸ ਦੀਆਂ ਅੱਖਾਂ ਦੀ ਜਿਹੜੀ ਜੋਤ ਸੀ ਉਹ ਖਤਮ ਹੋ ਗਈ, ਉਹਨੂੰ ਦਿਸਣਾ ਬੰਦ ਹੋ ਗਿਆ। ਐਸੀ ਗੁਰੂ ਦੀ ਕਿਰਪਾ ਹੋਈ, ਕਿਉਂਕਿ ਗੁਰੂ ਦੀ ਜਦੋਂ ਅਸੀਂ ਅਵੱਗਿਆ ਕਰਦੇ ਹਾਂ ਔਰ ਸਾਨੂੰ ਪਰਮੇਸ਼ਰ ਦੇ ਦੋਸ਼ ਲੱਗਦੇ ਹੈ, ਔਰ ਸਾਨੂੰ ਉਹ ਦੋਸ਼ ਜਿਹੜੇ ਹੈ ਉਹ ਅਵੱਗਿਆ ਦੇ ਰੂਪ ਦੇ ਵਿੱਚ ਜਦੋਂ ਅਸੀਂ ਕੋਈ ਦੋਸ਼ ਖੱਟਦੇ ਹਾਂ ਨਾ, ਤੇ ਉਹ ਦੋਸ਼ ਰੋਗ ਬਣ ਕੇ ਸਾਡੇ ਸਰੀਰ ਦੇ ਉੱਤੇ ਸਾਨੂੰ ਕਸ਼ਟ ਦਿੰਦਾ ਹੈ। ਇਸੇ ਤਰ੍ਹਾਂ ਉਸ ਬੱਚੇ ਨੂੰ ਕੀ ਹੋਇਆ ਕਿ ਉਹਦੀ ਨਿਗਾਹ ਖਤਮ ਹੋ ਗਈ, ਦਿਸਣੋਂ ਵੱਧ ਹੋ ਗਿਆ, ਪਰਿਵਾਰ ਸਾਰਾ ਕਸ਼ਟ 'ਚ ਆ ਗਿਆ, ਦੁੱਖ ਹੋ ਗਿਆ, ਬੜੀ ਅਚੰਭਾ ਹੋ ਗਿਆ ਵੀ ਇਹ ਕੀ ਗੱਲ ਹੋਈ। ਨੌਜਵਾਨ ਮੁੰਡਾ ਔਰ ਇੱਕਦਮ ਅੱਖਾਂ ਬੰਦ ਹੋ ਗਈਆਂ। ਬਹੁਤ ਦਿਖਾਇਆ ਡਾਕਟਰਾਂ ਨੂੰ, ਬੜੇ ਵੱਡੇ ਡਾਕਟਰਾਂ ਨੂੰ ਦਿਖਾਇਆ, ਪਰ ਕੋਈ ਆਰਾਮ ਨਾ ਆਇਆ। ਉਹ ਨੌਜਵਾਨ ਮੁੰਡਾ ਜਿਹੜਾ ਅੰਨਾ ਹੋ ਗਿਆ, ਔਰ ਚੱਲਣ ਫਿਰਨ ਤੋਂ ਵੀ ਆਝਾ ਹੋ ਗਿਆ, ਇੱਥੋਂ ਤੱਕ ਕਿ ਖਾਣ ਤੋਂ ਵੀ ਆਝਾ ਹੋ ਗਿਆ, ਕਿਉਂਕਿ ਖਾਧਾ ਜੇ ਅੱਖਾਂ ਹੋਣ ਤੇ ਸੋਹਣਾ ਖਾਧਾ ਜਾਂਦਾ, ਪ੍ਰੀਤ ਨਾਲ ਖਾਧਾ ਜਾਂਦਾ, ਤੇ ਜੇ ਅੱਖਾਂ ਨਾ ਹੋਣ ਨਾ ਤਾਂ ਹੱਥ ਹੀ ਲਿਬੜ ਜਾਂਦੇ ਸਬਜ਼ੀ ਦੇ ਵਿੱਚ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੀ ਅਵਸਥਾ ਉਸ ਬੱਚੇ ਦੀ ਬਣ ਗਈ ਹੈ। ਹੁਣ ਹੋਇਆ ਕਿ ਪਰਿਵਾਰ ਵਾਲੇ ਲੋਕਾਂ ਕੋਲੇ ਦੱਸ ਰਹੇ ਆ, ਰੋ ਪਿੱਟ ਰਹੇ ਆ, ਸਾਡੇ ਬੱਚੇ ਨੂੰ ਕੀ ਹੋ ਗਿਆ, ਸਾਡੇ ਬੱਚੇ ਨੂੰ ਕੀ ਬਿਮਾਰੀ ਹੋ ਗਈ ਆ, ਡਾਕਟਰਾਂ ਨੂੰ ਦਿਖਾ ਰਹੇ ਆ, ਪਰ ਕਿਤੋਂ ਆਰਾਮ ਨਹੀਂ ਆ ਰਿਹਾ। ਅਖੀਰ ਇੱਕ ਬੰਦਾ ਗੁਰਮੁਖ ਪਿਆਰਾ, ਜਿਸ ਨੂੰ ਇਸ ਗੱਲ ਦਾ ਪਤਾ ਸੀ ਕਿ ਇਸ ਬੱਚੇ ਨੇ ਹਰਿਮੰਦਰ ਸਾਹਿਬ ਦੇ ਵਿੱਚ ਵੀਡੀਓ ਬਣਾਈ ਹੈ, ਔਰ ਵੀਡੀਓ ਬਣਾ ਕੇ ਉਹ ਪ੍ਰਚਾਰਿਤ ਕੀਤੀ ਹੈ, ਔਰ ਉਹ ਵੀਡੀਓ ਜਿਹੜੀ ਹੈ ਹਰਿਮੰਦਰ ਸਾਹਿਬ ਦੇ ਵਿੱਚ ਗਲਤ ਬੋਲ ਜਿਹੜੇ ਹੈ ਉਹ ਇਸ ਨੇ ਪ੍ਰਚਾਰਿਤ ਕੀਤੇ, ਔਰ ਇਸ ਦਾ ਦੋਸ਼ ਜਿਹੜਾ ਹੈ ਇਹ ਪਰਮੇਸ਼ਰ ਨੂੰ ਭੁੱਲਣ ਦਾ ਦੋਸ਼ ਲੱਗ ਕੇ ਆਪਣੀ ਵੀਡੀਓ ਦੇ ਵਿੱਚ ਮਸਤ ਰਿਹਾ, ਔਰ ਪਰਮੇਸ਼ਰ ਦਾ ਦੋਸ਼ ਲੱਗਿਆ ਕਿ ਇਸ ਦੀਆਂ ਅੱਖਾਂ ਜਿਹੜੀਆਂ ਹੈ ਉਹਦੀ ਜੋਤ ਚਲੀ। ਉਸ ਗੁਰਮੁਖ ਪਿਆਰੇ ਨੇ ਪਰਿਵਾਰ ਵਾਲਿਆਂ ਨੂੰ ਕਿਹਾ, ਭਾਈ ਜੇ ਤੁਸੀਂ ਇੱਕ ਗੱਲ ਮੰਨੋ ਮੇਰੀ, ਤੇ ਮੈਂ ਤੁਹਾਨੂੰ ਇੱਕ ਗੱਲ ਕਹਾਂ। ਕਹਿੰਦੇ ਵੀ ਦੱਸੋ। ਉਹ ਕਹਿੰਦਾ ਵੀ ਇਸ ਬੱਚੇ ਨੇ ਵੀਡੀਓ ਬਣਾਈ ਸੀ ਪਹਿਲਾਂ, ਕਹਿੰਦੇ ਹਾਂਜੀ ਬਹੁਤ ਚੱਲੀ ਸੀ, ਫਿਰ ਹੋਰ ਬਣਾਈ ਸੀ, ਦੂਜੀ ਬਣਾਈ ਸੀ, ਦੂਜੀ ਵਾਰੀ ਇਹਨੇ ਫਿਰ ਅਵੱਗਿਆ ਕੀਤੀ ਤੇ ਗੁਰੂ ਸਾਹਿਬ ਦਾ ਦੋਸ਼ ਲੱਗ ਗਿਆ। ਤੁਸੀਂ ਇਸ ਤਰ੍ਹਾਂ ਕਰੋ, ਸਾਰਾ ਪਰਿਵਾਰ ਨਤਮਸਤਕ ਹੋ ਕੇ ਸੁਰਤੀ ਪ੍ਰਮਾਤਮਾ ਦੇ ਚਰਨਾਂ 'ਚ ਜੋੜ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਬੇਨਤੀ ਕਰੋ, ਸਾਡੇ ਤੋਂ ਬੱਚੇ ਤੋਂ ਸਾਡੇ ਤੋਂ ਭੁੱਲ ਹੋ ਗਈ, ਸੱਚੇ ਪਾਤਸ਼ਾਹ ਅਸੀਂ ਬੱਚੇ ਹਾਂ, ਭੁੱਲਣਹਾਰ ਹਾਂ, ਤੁਸੀਂ ਬਖਸ਼ਣਹਾਰ ਹੋ, ਤੁਹਾਡਾ ਬਿਰਧ ਹੈ ਸੱਚੇ ਪਾਤਸ਼ਾਹ, ਕਿਰਪਾ ਕਰੋ, ਬਖਸ਼ ਦਿਓ। ਉਹਨਾਂ ਨੇ ਜੀ, ਉਹ ਪਰਿਵਾਰ ਵਾਲਿਆਂ ਨੇ ਸਾਰਿਆਂ ਨੇ ਗੱਲ ਮੰਨ ਲਈ, ਔਰ ਸਾਰਾ ਪਰਿਵਾਰ ਜਿਹੜਾ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਹਾਜ਼ਰ ਹੋ ਕੇ ਦੇਗ ਬਣਾ ਕੇ
और ग्रंथी सिंह ਨੂੰ ਕਿਹਾ ਜੀ ਸਾਡੀ ਇਸ ਤਰ੍ਹਾਂ ਕਰਕੇ ਬੇਨਤੀ ਕਰ ਦਿਓ ਗੁਰੂ ਸਾਹਿਬ ਨੂੰ ਕਿ ਸਾਡੇ ਤੋਂ ਗਲਤੀ ਹੋ ਗਈ, ਸਾਡਾ ਬੱਚਾ ਭੁੱਲਣਹਾਰ ਹੈ, ਅਸੀਂ ਭੁੱਲਣਹਾਰ ਹਾਂ, ਸਾਨੂੰ ਬਖਸ਼ ਦਿਓ। ਅਰਦਾਸ ਕੀਤੀ, ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ। ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ। ਗੁਰੂ ਦੀ ਕਿਰਪਾ ਹੋਈ, ਉਸ ਬੱਚੇ ਦਾ ਹੌਲੀ ਹੌਲੀ ਕੁਝ ਦਿਨਾਂ ਦੇ ਵਿੱਚ ਉਹ ਨਿਗਾਹ ਜਿਹੜੀ ਸੀ ਵਾਪਸ ਆ ਗਈ। ਔਰ ਵਾਪਸ ਆ ਗਈ ਤੇ ਉਸ ਤੋਂ ਬਾਅਦ ਉਸ ਪਰਿਵਾਰ ਨੇ ਉਸ ਬੱਚੇ ਨੂੰ ਇਹ ਕਿਹਾ ਕਿ ਤੂੰ ਅੱਜ ਤੋਂ ਬਾਅਦ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਰੋਜ਼ ਮੱਥਾ ਟੇਕਣਾ, ਔਰ ਅੱਜ ਤੋਂ ਬਾਅਦ ਤੂੰ ਦਾੜੀ ਕੇਸ ਰੱਖ ਕੇ ਅੰਮ੍ਰਿਤ ਛਕਣਾ। ਤੇ ਫਿਰ ਗੁਰੂ ਦੀ ਕਿਰਪਾ ਤੇਰੇ ਤੇ ਕਾਇਮ ਰਹੇਗੀ, ਨਹੀਂ ਤਾਂ ਵਰਨਾ ਵਗਿਆ ਫਿਰ ਹੋ ਜਾਏ। ਉਸ ਬੱਚੇ ਨੇ ਫਿਰ ਅੰਮ੍ਰਿਤ ਛਕਿਆ ਔਰ ਗੁਰੂ ਦੇ ਦਰਬਾਰ ਵੀ ਜਾਂਦਾ। ਤੋ ਇਸ ਤਰ੍ਹਾਂ ਅਸੀਂ ਵਗਿਆ ਕਰ ਲੈਂਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ। ਇਸ ਕਰਕੇ ਸਾਨੂੰ ਇੱਕ ਤੁਕ ਦੇ ਵਿੱਚ ਹੀ ਪੰਚਮ ਪਾਤਸ਼ਾਹ ਜੀ ਨੇ ਗੱਲ ਸਮਝਾਈ ਹੈ ਕਿ ਸਾਨੂੰ ਦੁੱਖ ਕਿਉਂ ਲੱਗਦੇ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੈ ਰੋਗ, ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਹੁਣ ਗੁਰੂ ਸਾਹਿਬ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਰੋਗ ਲੱਗਦੇ ਆ, ਪਰ ਜੇ ਕਿਤੇ ਇਹ ਰੂਹ ਪਰਮੇਸ਼ਰ ਤੋਂ ਬੇਮੁਖ ਹੋ ਜਾਵੇ, ਪਰਮਾਤਮਾ ਨੂੰ ਅਵਗਿਆ ਕਰਕੇ ਪਰਮਾਤਮਾ ਨੂੰ ਛੱਡ ਕੇ ਮੜੀਆਂ ਮਸਾਣੀਆਂ ਦੇ ਵਿੱਚ ਧੱਕੇ ਖਾਂਦੀ ਫਿਰੇ, ਤੁਸੀਂ ਤਾਂ ਤਾਗੇ ਵਾਲਿਆਂ ਦੇ ਕੋਲ ਧੱਕੇ ਖਾਂਦੀ ਫਿਰੇ, ਹੋਰ ਜਾਦੂਗਰਾਂ ਕੋਲ ਧੱਕੇ ਖਾਂਦੀ ਫਿਰੇ, ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਬੇਮੁਖ ਹੋਏ, ਉਦੋਂ ਬੰਦਾ ਬੇਮੁਖ ਹੋ ਜਾਂਦਾ ਹੈ। ਤੇ ਬੇਮੁਖ ਹੋਏ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ, ਗੁਰੂ ਨੇ ਉਸ ਨੂੰ ਛੱਡ ਦਿੱਤਾ, ਗੁਰੂ ਨੇ ਉਸ ਦਾ ਵਿਸਾਰਾ ਕਰ ਦਿੱਤਾ, ਗੁਰੂ ਨੇ ਉਸ ਦੀ ਬਾਂਹ ਨਹੀਂ ਪਕੜੀ, ਬਾਂਹ ਛੱਡ ਦਿੱਤੀ, ਜਾ ਜਿੱਥੇ ਮਰਜ਼ੀ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਲੱਗਣ ਜਨਮ ਵਿਜੋਗ, ਭਾਵ ਜਨਮਾਂ ਜਨਮਾਂ ਦੀਆਂ ਜੂਨੀਆਂ ਭੋਗ ਕੇ ਸਾਨੂੰ ਪਰਮਾਤਮਾ ਵੀ ਨਹੀਂ ਮਿਲਦਾ। ਨਰਕ ਦੇ ਵਿੱਚ ਭੋਗ ਲੈਣੇ ਪੈਂਦੇ ਆ ਜੂਨੀਆਂ ਦੇ, ਕਦੇ ਕੋਈ ਜੂਨੀ ਦੇ ਵਿੱਚ ਜੰਮਣਾ ਪੈਂਦਾ, ਕਦੇ ਕੋਈ ਜੂਨੀ ਦੇ ਵਿੱਚ ਜੰਮਣਾ ਪੈਂਦਾ, ਫਿਰ ਕਿਸੇ ਜੂਨੀ ਦੇ ਵਿੱਚ। ਇਸ ਤਰ੍ਹਾਂ ਜੂਨੀਆਂ ਦਾ ਭੋਗ ਮਿਟਦਾ ਨਹੀਂ ਜਿੰਨਾ ਚਿਰ ਕਿ ਸਤਿਗੁਰੂ ਦੀ ਸ਼ਰਨ ਆ ਕੇ ਫਿਰ ਗੁਰੂ ਤੋਂ ਮਾਫੀ ਮੰਗ ਕੇ ਗੁਰੂ ਦਾ ਨਾਮ ਅੰਮ੍ਰਿਤ ਪ੍ਰਾਪਤ ਕਰਕੇ ਨਾਮ ਸਿਮਰਨ ਨਹੀਂ ਅਸੀਂ ਕਰਦੇ। ਜਿੰਨਾ ਚਿਰ ਨਾਮ ਸਿਮਰਨ ਨਹੀਂ ਕਰਦੇ ਉਹਨਾਂ ਚਿਰ ਨਾਮ ਸਿਮਰਨ ਤੋਂ ਬਿਨਾਂ ਸਾਡਾ ਮਨ ਜਿਹੜਾ ਹੈ ਉਹ ਮੈਲ ਨਾਲ ਭਰਿਆ ਹੋਇਆ। ਔਰ ਮੈਲ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ, ਪਾਪਾਂ ਦੀ, ਪ੍ਰਾਲਬਧ ਦੀ, ਪਿਛਲੇ ਕੀਤੇ ਹੋਏ ਕਰਮਾਂ ਦੀ ਜਿਹੜੀ ਹੈ ਉਹ ਸਿਰਫ ਤੇ ਸਿਰਫ ਨਾਮ ਨੇ ਕੱਟੀ ਹੋਈ। ਜਦੋਂ ਅਸੀਂ ਨਾਮ ਸਿਮਰਨ ਕਰਾਂਗੇ ਉਦੋਂ ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਮਨ ਤੇ ਲੱਗੀ ਹੋਈ ਜਨਮਾਂ ਜਨਮਾਂ ਦੀ ਮੈਲ ਜਿਹੜੀ ਹੈ, ਅਨੇਕਾਂ ਜੂਨੀਆਂ ਦੀ ਮੈਲ ਜਿਹੜੀ ਹੈ ਉਹ ਕੱਟੀ ਜਾਂਦੀ ਹੈ। ਔਰ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ ਕਿ ਉਹ ਰੂਹ ਨਿਰਮਲ ਹੋ ਕੇ ਪਰਮਾਤਮਾ ਦੀ ਸ਼ਰਨ ਹੋ ਕੇ ਪਰਮਾਤਮਾ ਦੇ ਨਾਮ ਸਿਮਰਨ ਦੇ ਸਦਕਾ ਪਰਮਾਤਮਾ ਨਾਲ ਜੋੜ ਕਰ ਲੈਂਦੇ। ਤੋ ਸਾਧ ਸੰਗਤ ਜੀ ਇਹ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ। ਅੱਗੇ ਕਹਿੰਦੇ ਆ ਕਿ ਜਦੋਂ ਬੰਦਾ ਬੇਮੁਖ ਹੋ ਜਾਂਦਾ ਹੈ ਉਦੋਂ ਹੁੰਦਾ ਕੀ ਹੈ, ਬੇਮੁਖ ਬੰਦੇ ਨੂੰ ਸੰਸਾਰ ਵੀ ਚੰਗਾ ਨਹੀਂ ਲੱਗਦਾ। ਗੁਰੂ ਸਾਹਿਬ ਇਹ ਕਹਿੰਦੇ ਆ, ਕੀ ਕਹਿੰਦੇ ਆ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਹੜਾ ਬੰਦਾ ਬੇਮੁਖ ਹੋ ਗਿਆ ਪਰਮਾਤਮਾ, ਦੇਖੋ ਅਸੀਂ ਬਹੁਤ ਵਗਿਆ ਇੱਥੇ ਗੁਰੂ ਦਰ ਤੇ ਆ ਕੇ ਵੀ ਬਹੁਤ ਕਰਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ। ਅਸੀਂ ਆਉਂਦੇ ਹਾਂ ਗੁਰੂ ਤੋਂ ਦਰ ਖੁਸ਼ੀਆਂ ਮੰਗਣ ਵਾਸਤੇ, ਪਰ ਇਸ ਦਰ ਦੇ ਉੱਤੇ ਅਵਗਿਆ ਦੇ ਕਰਮ ਕਰਕੇ ਅਸੀਂ ਦੋਸ਼ ਖੱਟ ਕੇ ਆਪਣੇ ਘਰੇ ਚਲੇ ਜਾਂਦੇ ਹਾਂ। ਔਰ ਸਾਨੂੰ ਦੋਸ਼ ਲੱਗ ਜਾਂਦੇ ਆ, ਸਾਡਾ ਰੋਣਾ ਪਿੱਟਣਾ, ਸਾਡਾ ਪਰਿਵਾਰ ਦੁਖੀ ਹੋ ਜਾਂਦਾ, ਸਾਡਾ ਕਲਾ ਕਲੇਸ਼ ਵੱਧ ਜਾਂਦਾ, ਸਾਨੂੰ ਨਹੀਂ ਪਤਾ ਲੱਗਦਾ ਵੀ ਇਹ ਕਾਰਨ ਕੀ। ਹੁਣ ਗੁਰੂ ਸਾਹਿਬ ਬਹੁਤ ਸੋਹਣੇ ਤਰੀਕੇ ਨਾਲ ਸਮਝਾ ਰਹੇ ਆ ਭਾਈ, ਜੋ ਉਦੋਂ ਬੰਦੇ ਨੂੰ ਕੀ ਹੁੰਦਾ ਕਿ ਜਿਹੜੀ ਮਾਇਆ ਮਿੱਠੀ ਲੱਗਦੀ ਹੈ ਨਾ, ਘਰ ਬਿਲਡਿੰਗਾਂ, ਐਸ਼ ਆਰਾਮ, ਵਸਤੂ ਪਦਾਰਥਾਂ ਦੇ ਢੇਰ ਜਿਹੜੇ ਲੱਗੇ ਹੋਏ ਆ, ਖੁਸ਼ੀਆਂ ਦੇ ਢੇਰ ਲੱਗੇ ਹੋਏ ਆ, ਕਾਰਾਂ, ਬੰਗਲੇ, ਵੀਡੀਓ, TV, LCD ਵਗੈਰਾ ਵਗੈਰਾ, ਖੁਸ਼ੀਆਂ ਦੇ ਜਿਹੜੇ ਭੋਗ ਹੈ ਉਹ ਵੀ ਕੌੜੇ ਹੋ ਜਾਂਦੇ ਆ, ਉਹ ਵੀ ਚੰਗੇ ਨਹੀਂ ਲੱਗਦੇ। ਮਾਇਆ ਤੋਂ ਇੰਨਾ ਤਰਸਤ ਹੋ ਕੇ ਬੰਦਾ ਜਿਹੜਾ ਹੈ ਉਹ ਮਾਇਆ ਨੂੰ ਵੀ ਪਿਆਰਾ ਨਹੀਂ ਹੁੰਦਾ, ਮਾਇਆ ਤੋਂ ਵੀ ਦੁਖੀ ਹੋ ਜਾਂਦਾ, ਉਹ ਬਾਹਲੀ ਮਾਇਆ ਵੀ ਉਹਦਾ ਦੋਸ਼ ਬਣ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਆ ਖਿਨ ਮੈਂ ਕੌੜੇ ਹੋਏ ਗਏ, ਜਿਹੜੀ ਮਾਇਆ ਸਾਨੂੰ ਮਿੱਠੀ ਲੱਗਦੀ ਸੀ ਉਹ ਅੱਜ ਕੌੜੀ ਹੋ ਗਈ ਹੈ। ਜਿਹੜੇ ਪਦਾਰਥ ਸਾਨੂੰ ਬੜੇ ਮਿੱਠ ਸੁੱਖ ਦੇ ਰਹੇ ਸੀ ਅੱਜ ਉਹ ਸਾਨੂੰ ਦੁੱਖ ਦੇ ਰਹੇ ਆ, ਕਸ਼ਟ ਦੇ ਰਹੇ ਆ। ਗੁਰੂ ਸਾਹਿਬ ਕਹਿੰਦੇ ਤੇ ਇਹ ਕੱਤਕ ਮਹੀਨੇ ਦਾ ਜਿਹੜਾ ਵਿਚਾਰ ਗੁਰੂ ਸਾਹਿਬ ਸਾਨੂੰ ਬਹੁਤ ਹੀ ਇਸ ਤਰ੍ਹਾਂ ਸੁਣਾਉਂਦੇ ਆ ਕਿ ਜ਼ਿੰਦਗੀ ਦੇ ਵਿੱਚ ਇਹ ਸਾਡੇ ਕੰਮ ਦੀ ਚੀਜ਼ ਹੈ। ਅੱਜ ਕੱਤਕ ਦਾ ਮਹੀਨਾ ਕਿਉਂਕਿ ਵੈਸੇ ਵੀ ਸ਼ੁਭ ਗਿਣਿਆ ਜਾਂਦਾ ਹੈ, ਕਿਉਂਕਿ ਜਗਤ ਪੀਰ ਜ਼ਾਹਰ ਜਗਤ ਗੁਰੂ ਨਿਰੰਕਾਰ ਸਿੰਘ
ਜੋਤ ਰੂਪ ਹਰ ਗੁਰੂ ਨਾਨਕ ਕਹਾਇਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਆ। ਯਾਨੀ ਪਰਮਾਤਮਾ ਦੀ ਜੋਤ ਹੀ ਗੁਰੂ ਨਾਨਕ ਦੇ ਵਿੱਚ ਵਿਰਾਜਮਾਨ ਸੀ। ਯਾਨੀ ਪਰਮਾਤਮਾ ਨੇ ਸਭ ਸ਼ਕਤੀਆਂ ਦੇ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਸੰਸਾਰ ਦੇ ਵਿੱਚ ਪ੍ਰਗਟ ਕੀਤਾ। ਔਰ ਉਹ ਪ੍ਰਗਟ ਹੋਣ ਦਾ ਜਿਹੜਾ ਸਮਾਂ ਸੀ, ਕੱਤਕ ਦਾ ਮਹੀਨਾ, ਕੱਤਕ ਦੀ ਪੁੰਨਿਆਮਾਸੀ, ਪੂਰਨਮਾਸੀ ਜਿਹੜੀ ਆ ਅਸੀਂ ਬੜੇ ਚਾਵਾਂ ਨਾਲ ਬਣਾਉਂਦੇ ਹਾਂ, ਖੁਸ਼ੀਆਂ ਨਾਲ ਬਣਾਉਂਦੇ ਹਾਂ, ਕਿਉਂਕਿ ਇਸ ਸੰਸਾਰ ਦੇ ਵਿੱਚ ਆ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਲਦੇ ਹੋਏ ਜੀਵਾਂ ਨੂੰ, ਮਾਇਆ ਦੇ ਭੋਗ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਪਰਮਾਤਮਾ ਦਾ ਸਿੱਧਾ ਰਾਹ ਦੱਸ ਕੇ ਸੱਚ ਦੇ ਰਸਤੇ ਨਾਲ ਜੋੜਿਆ, ਪਰਮਾਤਮਾ ਨਾਲ ਜੋੜਿਆ। ਇਸ ਕਰਕੇ ਸਾਰਾ ਸੰਸਾਰ ਹੀ, ਹਿੰਦੁਸਤਾਨ ਹੀ ਨਹੀਂ, ਪੰਜਾਬ ਹੀ ਨਹੀਂ, ਹੋਰ ਕੋਈ ਦੇਸ਼ ਨਹੀਂ, ਬਲਕਿ ਸਾਰਾ ਸੰਸਾਰ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਪ੍ਰਗਟ ਦਿਵਸ ਨੂੰ, ਆਗਮਨ ਦਿਵਸ ਨੂੰ, ਕੱਤਕ ਦੇ ਪੂਰਨਮਾਸ਼ੀ ਦੇ ਸਮੇਂ ਬਹੁਤ ਖੁਸ਼ੀਆਂ ਤੇ ਚਾਵਾਂ ਦੇ ਨਾਲ ਮਨਾਉਂਦਾ ਹੈ। ਇਸ ਕਰਕੇ ਕੱਤਕ ਦਾ ਮਹੀਨਾ ਵੀ ਬਹੁਤ ਖੁਸ਼ੀਆਂ ਵਾਲਾ ਹੁੰਦਾ ਜੇ ਕਿਤੇ ਅਸੀਂ ਪਰਮਾਤਮਾ ਦੀ ਸ਼ਰਨ ਹੋ ਕੇ ਪਰਮਾਤਮਾ ਨਾਲ ਜੋੜ ਕਰਦੇ ਹਾਂ। ਹੁਣ ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਹੈ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼। ਜਦੋਂ ਪਰਮਾਤਮਾ ਦੀ ਅਵੱਗਿਆ ਹੋ ਜਾਂਦੀ ਹੈ, ਪਰਮਾਤਮਾ ਦੇ ਦੋਸ਼ ਲੱਗ ਜਾਂਦੇ ਆ, ਮਾਇਆ ਸਾਨੂੰ ਕੌੜੀ ਲੱਗਣ ਲੱਗ ਜਾਂਦੀ ਹੈ, ਪਦਾਰਥ ਸਾਨੂੰ ਕੌੜੇ ਲੱਗਣ ਲੱਗ ਜਾਂਦੇ ਆ, ਪਦਾਰਥ ਵੀ ਸਾਨੂੰ ਦੁੱਖ ਦੇਣ ਲੱਗ ਜਾਂਦੇ ਆ, ਮਿੱਤਰ ਵੀ ਸਾਨੂੰ ਦੁੱਖ ਦੇਣ ਲੱਗ ਜਾਂਦੇ ਆ, ਪੁੱਤਰ ਧੀਆਂ ਵੀ ਸਾਨੂੰ ਦੁੱਖ ਦੇਣ ਲੱਗ ਜਾਂਦੇ। ਤੇ ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਭਾਈ ਵਿੱਚ ਨਾ ਕੋਈ ਕਰ ਸਕੇ। ਕਹਿੰਦੇ ਵੀ ਉਦੋਂ ਸਾਡਾ ਜਿਹੜਾ ਨਾ ਦੁੱਖਾਂ ਨੂੰ ਮਿਟਾਉਣ ਵਾਲਾ ਕੋਈ ਵਿਚੋਲਾ ਨਹੀਂ ਬਣਦਾ, ਸਾਡਾ ਕੋਈ ਸਹਾਈ ਨਹੀਂ ਹੁੰਦਾ। ਸਾਡਾ ਸਾਰਾ ਸੰਸਾਰ ਜਿਹੜਾ ਹੈ ਸਾਡਾ ਸਾਥ ਛੱਡ ਦਿੰਦਾ ਹੈ, ਰਿਸ਼ਤੇਦਾਰ, ਪੁੱਤਰ ਧੀਆਂ, ਘਰ ਵਾਲੀ ਵੀ। ਇੱਥੋਂ ਤੱਕ ਕਿ ਸੰਸਾਰ ਦੇ ਵਿੱਚ ਲੋਕ ਉਸ ਨੂੰ ਬੁਰਾ ਕਹਿਣ ਲੱਗ ਜਾਂਦੇ ਆ, ਦੁਸ਼ਟ ਕਹਿਣ ਲੱਗ ਜਾਂਦੇ ਆ, ਲੋਕ ਵੱਟੇ ਵੀ ਮਾਰਨ ਲੱਗ ਜਾਂਦੇ ਆ, ਪਾਗਲ ਕਹਿਣ ਲੱਗ ਜਾਂਦੇ। ਸਾਧ ਸੰਗਤ ਜੀ, ਜਦੋਂ ਐਸੀ ਅਵਸਥਾ ਬਣਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਫਿਰ ਕੋਈ ਉਹਨਾਂ ਦੁੱਖਾਂ ਤੋਂ ਕੋਈ ਐਸੀ ਰੂਹ ਨਹੀਂ ਹੈ, ਕੋਈ ਐਸਾ ਬੰਦਾ ਨਹੀਂ ਹੈ ਕਿ ਜਿਹੜਾ ਵਿਚੋਲਗੀ ਕਰਕੇ ਤੇ ਸਤਿਗੁਰੂ ਨੂੰ ਇਹ ਕਹਿ ਦੇ ਕਿ ਸੱਚੇ ਪਾਤਸ਼ਾਹ ਬਖਸ਼ ਲਓ। ਇੱਕ ਵਾਰੀ ਸੱਤੇ ਬਲਵੰਡ ਤੇ ਵੀ ਇਹ ਵਿਪਤਾ ਆਈ, ਕੋੜ ਦਾ ਰੋਗ ਹੋ ਗਿਆ, ਬੜੇ ਧੱਕੇ ਖਾਦੇ, ਕਿਤੋਂ ਰੋਗ ਨਾ ਆਇਆ, ਪਰ ਸਤਿਗੁਰੂ ਦੀ ਅਵੱਗਿਆ ਸੀ, ਸਤਿਗੁਰੂ ਦੇ ਬਚਨ ਸੀ, ਕੋੜ ਜਿਹੜਾ ਸਥਿਰ ਰਿਹਾ। ਅਖੀਰ ਰੋਂਦੇ ਪਿੱਟਦੇ ਇੱਕ ਵਾਰੀ ਕੀ ਹੋਇਆ ਕਿ ਭਾਈ ਲੱਧਾ ਜੀ ਨੂੰ ਪਤਾ ਲੱਗਾ, ਔਰ ਲੱਧਾ ਜੀ ਜਿਹੜੇ ਸੀਗੇ ਉਹ ਦਿਆਲੂ ਪੁਰਖ ਸੀਗੇ, ਕਿਰਪਾਲੂ ਪੁਰਖ ਸੀਗੇ, ਦਇਆਵਾਨ ਸੀ। ਉਹਨਾਂ ਨੇ ਦਇਆ ਕਰਕੇ ਸਤਿਗੁਰਾਂ ਦੇ ਸ਼ਰਨ ਦੇ ਵਿੱਚ ਪੇਸ਼ ਹੋ ਕੇ ਉਹਨਾਂ ਦੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਬਖਸ਼ਣਹਾਰ ਹੋ, ਅਸੀਂ ਬੱਚੇ ਹਾਂ ਤੁਹਾਡੇ, ਭੁੱਲਣਹਾਰ ਹਾਂ ਸੱਚੇ ਪਾਤਸ਼ਾਹ, ਗਲਤੀਆਂ ਹੋ ਜਾਂਦੀਆਂ, ਤੁਸੀਂ ਸੱਤੇ ਬਲਵੰਡ ਨੂੰ ਬਖਸ਼ ਲਓ ਸੱਚੇ ਪਾਤਸ਼ਾਹ। ਤੇ ਫਿਰ ਭਾਈ ਲੱਧੇ ਦੀ ਜਿਹੜੀ ਬੇਨਤੀ ਸੀ ਨਾ, ਪੰਚਮ ਪਾਤਸ਼ਾਹ ਜੀ ਨੇ ਬਖਸ਼ ਕੇ ਸੱਤੇ ਬਲਵੰਡ ਨੂੰ ਬਖਸ਼ਿਸ਼ ਕਰ ਦਿੱਤਾ। ਉਹ ਜਿਹੜੀ ਕਰਮ ਕੀਤਾ ਸੀ ਉਹ ਬਖਸ਼ ਦਿੱਤਾ, ਔਰ ਇੱਥੋਂ ਤੱਕ ਹੀ ਬਖਸ਼ਿਆ ਕਿ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਚਮ ਪਾਤਸ਼ਾਹ ਜੀ ਨੇ ਉਹਨਾਂ ਦੀ ਵਾਰ ਨੂੰ ਦਰਜ ਕਰ ਦਿੱਤਾ, ਆਪਣੇ ਬਰਾਬਰ ਬਿਠਾ ਦਿੱਤਾ। ਪਾਰਸਰੂਪ ਸਤਿਗੁਰੂ ਜਿਹੜਾ ਜਦੋਂ ਕਿਸੇ ਤੇ ਮਿਹਰ ਕਰਦਾ ਹੈ, ਉਦੋਂ ਲੋਹੇ ਵਰਗੇ ਬੰਦੇ ਨੂੰ, ਜੰਗ ਲੱਗੇ ਹੋਏ, ਜਿਹੜਾ ਜੰਗ ਦਾ ਖਾਧਿਆ ਹੋਇਆ ਲੋਹਾ ਹੁੰਦਾ ਨਾ ਤਾਂ ਉਹ ਲੋਹਾ ਹੁੰਦਾ ਤੇ ਨਾ ਉਹ ਮਿੱਟੀ ਹੁੰਦੀ ਹੈ, ਇਹੋ ਜਿਹੇ ਬੰਦੇ ਨੂੰ ਵੀ ਗੁਰੂ ਦੀ ਕਿਰਪਾ ਮਿਲ ਜਾਵੇ ਤੇ ਉਹ ਪਾਰਸਰੂਪ ਹੋ ਕੇ ਸਤਿਗੁਰੂ ਦੇ ਸਮਾਨ ਹੋ ਜਾਂਦਾ ਹੈ, ਸਤਿਗੁਰੂ ਦੇ ਗੁਣ, ਪਰਮਾਤਮਾ ਦੇ ਗੁਣ ਉਸ ਦੇ ਵਿੱਚ ਆ ਜਾਂਦੇ। ਇਹ ਸਤਿਗੁਰੂ ਦੀ ਬਖਸ਼ਿਸ਼ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਉਦੋਂ ਭਾਈ ਜਦੋਂ ਇਹ ਦੋਸ਼ ਲੱਗਦਾ ਪਰਮਾਤਮਾ ਦਾ, ਉਦੋਂ ਕੋਈ ਵੀ ਵਿਚੋਲਾ ਨਹੀਂ ਬਣਦਾ। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਕਿਸ ਥੈ ਰੋਵੇ ਰੋਜ਼, ਰੋਜ਼ ਕਿਹਦੇ ਕੋਲੇ ਜਾ ਕੇ ਰੋਵੇ, ਜਿਹਦੇ ਕੋਲੇ ਜਾਏਗਾ ਉਹਦੇ ਕੋਲੇ ਬਣੇਗਾ ਕੁਛ ਨਹੀਂ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਕੀਤਾ ਕਿਛੂ ਨਾ ਹੋਵੀ ਲਿਖਿਆ ਤੁਰ ਸੰਜੋਗ। ਦਾਸ ਇੱਕ ਵਚਨ ਕਰਦਾ ਹੁੰਦਾ ਸਤਸੰਗ ਜਦੋਂ ਕਰਦਾ ਕਿਤੇ ਵੀ, ਕਿ ਜਦੋਂ ਅਸੀਂ ਮਨ ਦੇ ਵਿੱਚ ਕੋਈ ਕਰਮ ਸੋਚ ਲਿਆ ਕਿ ਆਹ ਕਰਮ ਅਸੀਂ ਕਰਨਾ ਹੈ, ਮਨ ਦੇ ਵਿੱਚ ਸੋਚ ਲਿਆ ਔਰ ਹਾਲੇ ਕੀਤਾ ਨਹੀਂ ਹੈ, ਪਰ ਗੁਰੂ ਸਾਹਿਬ ਕਹਿੰਦੇ ਆ ਕਿ ਜਦੋਂ ਅਸੀਂ ਸੋਚ ਲਿਆ ਉਦੋਂ ਸਾਡਾ ਉਹ ਕਰਮ ਜਿਹੜਾ ਕੀਤਾ ਹੋਇਆ ਮੰਨ ਕੇ ਪਰਮਾਤਮਾ ਸਾਡੇ ਮੱਥੇ ਤੇ ਲਿਖਦਾ, ਔਰ ਮੱਥੇ ਤੇ ਲਿਖਿਆ ਜਾਂਦਾ ਹੈ। ਔਰ ਉਹ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਦੋਸ਼ ਉਹਨਾਂ ਚਿਰ ਨਹੀਂ ਮਿਟਦਾ ਜਿੰਨਾ ਚਿਰ ਭੋਗਿਆ ਨਾ ਜਾਵੇ।
साध संगत जी गुरु साहब सानू बहुत सोहने तरीके नाल कहंदे भी कीता किशू ना होवी, जो लेख लिखिया गया कुछ भी कर लवे बंदा, कुछ भी संसार का कोई भी जीव कर लवे, बड़े तो बड़ा कोई महापुरख होवे, जे परमात्मा की रजा नहीं है, क्योंकि ब्रह्म ज्ञानी नूं परमेश्वर का रूप दिता गया, परमेश्वर का दर्जा, ब्रह्म ज्ञानी आप परमेश्वर। पर गुरु साहब कहते हैं कि ब्रह्म ज्ञानी नूं भी परमेश्वर ने बनाया है, ते ब्रह्म ज्ञानी ऐसा वचन कोई नहीं करता ना वो कर सकता है जे परमात्मा की रजा ना होवे। जे परमात्मा की रजा नहीं है तो ब्रह्म ज्ञानी भी वचन नहीं करता गा, जो वचन करता भी है तो वो गुरु प्रवान नहीं करता, परमात्मा प्रवान नहीं करता। गुरु साहब बख्शिश करते हैं कीता किशू ना होवी, ये जो लिखिया गया ये धुर तो परमात्मा के कलम के नाल साडे मस्तक के उत्ते लिखा गया, जो कर्म लिखा गया ये तो भोगे बिना नहीं छुटे, तो भोगना भी मैं सानू इन्ना कष्टदाई होंदा कि साडे जिहड़े जीवन दे विच जिहड़े जिन्ने भी असीं कोई मोहरे बिठाए होंदे सारे डावां-डोल हो जाते हैं, और असीं ऐसे इन्ने निराश हो जाते हैं कि मरण तिक्कर भी कोई लोग गड्डियां दे थल्ले आ जाते हैं, लोग नहरां च डिग के मर पैंदे हैं, लोग जहरा खा के मर पैंदे। पर गुरु साहब कहते हैं कि जिहड़ा धुर तो संजोग परमात्मा ने साडे मस्तक ते लिखता ये मिटिया नहीं जाएगा, ये मिटेगा नहीं। फिर गुरु साहब कहते हैं वड पाकी मेरा प्रभ मिलै तां उतरै सब वियोग। जिवें कि मैं पहला दस्सिया सी कि असी जो परमात्मा की कृपा होई ते सतगुरु दे कोल वापस आके ते पंज प्यारियां तो नाम अमृत की प्राप्ति करके गुरु की हजूरी दे विच ते फिर नाम सिमरन किया, साडे पाप कर्म कट्टे गए, काम क्रोध लोह मोह हंकार कट्टे गए, जिहड़ा मन साडा दसां दिशावां दे विच भटकदा सी वो शीतल होकर टिका दे विच आ गया। उदों परमात्मा की कृपा हुंदी है कि साडे कर्मां दे लेख भी जिहड़े है, वियोग भी जिहड़े है वो भी कट्टे जांदे हैं परमात्मा की कृपा नाल। फिर वो मनुख जिहड़ा वडभागी हो जाता है जो उसके परमात्मा की ऐसी कृपा हो जाती है। गुरु साहब ये कोशिश करते हैं भाई, इस करके सानू ये समझाया गया भाई गुरु की शरण आके कदे भी कोई अवग्या ना करया करो, बेमुख ना होया करो परमात्मा तो, क्योंकि साहिब श्री गुरु ग्रंथ साहब जी अज के समय दे विच जुगो जुग अटल साहिब श्री गुरु साडे सतगुरु स्वरूप है। जिवें साहिब श्री गुरु नानक देव जी साडे सतगुरु सी, जिवें साडे 10 गुरु गोबिंद सिंह जी तक महाराज जी तक 10 गुरु सी, इवें जिक्र ही ये साडा सतगुरु जिहड़ा है अज के युग का और जुगो जुग अटल तक सदा तक अमर अटल ये साहिब श्री गुरु ग्रंथ साहब जिहड़ा साडा गुरु है। और गुरु गोबिंद सिंह ने सानू ये बख्शिश की हुई है भाई आग्या भाई अकाल की कभी चलायो पंथ सब सिखन को हुक्म है, गुरु मान्यो गुरु मान्यो ग्रंथ, गुरु ग्रंथ जी मान्यो प्रगट गुरां कीते जा का हिरदा जा। एक अजकल दोहे दो प्रकार में चल रहे हैं, जो प्रभ को मिल वो चाहे खोज सब में ले, जा पहला चलता सी जा का हिरदा शुद्ध है खोज सब में ले। यानी शब्द साहिब श्री गुरु ग्रंथ साहब की बाणी जो असीं सुनांगे ये शब्द रूप है, जो असीं सुनांगे साडे कंनां दे विच सुरती जोड़ के जो हिरदे दे विच जाएगी, जो हिरदे दे विच जाएगी सानू इहदी समझ पाएगी, असीं इस दे उत्ते चलण दी कोशिश करांगे, असीं इस नूं अपने हिरदे दे विच ढालण दी कोशिश करांगे ते फिर गुरु की कृपा साडे ते होएगी कि साडे जिहड़े पूर्वले कर्म दोष है वो कट्टे जाणगे ते असीं परमपिता परमात्मा की संगत दे विच आके गुरु की संगत दे विच आके गुरु नाल जोड़ कर लवांगे। सानू परमपिता परमात्मा के इत्थों तक करके साक्षात दर्शन भी हो सकते हैं। दास का मिशन है वाहिगुरु जोत प्रतख दर्शन सेवा सिमरन गुरमत विचार। दास गुरबाणी द्वारा साध संगत को यह दसन की कोशिश करता है भाई परमात्मा जोत स्वरूप है, इसके साक्षात दर्शन हो सकते हैं। तो गुरबाणी सानू दसदी है कि असीं किवें सेवा करिए, किवें असीं सत्संग करिए, किवें असीं सिमरन करिए ते किवें असीं प्यार करिए गुरु के नाल कि साडा जिहड़ा जोड़ जिहड़ा है परमात्मा के नाल हो जाए, सानू परमात्मा के दर्शन तारे हो जाए। परमात्मा गुरमुख प्यारिਆਂ ਨੂੰ ਜਿਹੜੇ निर्मल रूहां होकर परमात्मा नाल जुड़ जाते हैं उन्होंने साक्षात दर्शन परमात्मा जोत स्वरूप होकर दिंदा है, शरीर स्वरूप होकर भी दिंदा है, अनभाव स्वरूप होकर भी दिंदा है। 3 प्रकार के दर्शन परमात्मा के मिलते हैं साध संगत जी। तो अगे सतगुरु बख्शिश करते हैं जी सानू
नानक को प्रभु राख ले, मेरे साहिब बंदी मोच। हुण पंचम पातशाह जी गुरु नानक की मोहर लगा के सानू ये समझाते हैं। ये नानक वैसे बेनती इस शब्द के विच नानक को प्रभ रख लै, ये कहा गया कि नानक नूं हे परमात्मा रख लै। साहिब श्री गुरु पंचम पातशाह जी ने तो ये अर्ज बेनती की ही की, पर की नाल सानू भी समझाया भाई तुसी करया करो। जे तुसी ये बेनती करोगे तो वह बंदी मोच बंधना नूं कट्टण वाला वो परम पिता परमात्मा जिहड़ा संसार के सारे बंधना नूं कट दिंदा साडे शरीर तो, वो जिहड़ा है वो सानू प्राप्ति हो जाती है, साडे ते उहदी किरपा हो जाती है। तो गुरु साहब सानू बख्शिश करते हैं। साध संगत जी, नानक को प्रभ राख ले, मेरे साहिब बंदी मोच। तो इस तरह के नाल भाई गुरु की शरण होके असी भी ये बेनतियां करनियां, जिथे भी असी खड़े होइए 24 घंटे साडा परमात्मा की शरण दे विच मन रहना चाहिए। परमात्मा का नाम साडे मुख दे उत्ते रहना चाहिए। परमात्मा का कदे भी वसारा नहीं करना साडी रूह ने, साडे मुख तो परमात्मा का नाम होना चाहिए। चाहे असी बोलीए, चाहे असी बिना बोलिया जपीए, चाहे असी कुछ सुरती दे विच परमात्मा का नाम 24 घंटे रहना चाहिए। गुरु साहब कहते हैं 8 पहर परमात्मा का नाम सिमरन होना चाहिए। गुरु साहब कहते हैं जिना न विसरै नाम सेक नेहिया, भेद न जानो मूल साईं जिहिया। जिहड़े 24 घंटे अपनी सुरती परमात्मा के चरणों च रखते हैं, मुख के उत्ते हिरदे के उत्ते परमात्मा का सिमरन है, वो परमात्मा का स्वरूप हो जाते हैं। साहिब श्री गुरु नानक देव जी ने जो सचखंड के विच मूल मंत्र का जाप दिता, प्याला दिता अमृत का, तो परमात्मा ने गुरु नानक देव जी ने यह कहा जाके कि संसार के विच हे नानक इस सिमरन का, इस नाम का, इस अमृत का, इस प्रसाद का सिमरन कराओ संसार के लोगों को। तो की होएगा, जिहड़े लोग संसार के इस सिमरन करनगे प्रीत नाल, उन्हां दे हिरदे दे अंदर दे विच मेरे गुण आ जाणगे। की गुण आ जाणगे? एक ओंकार सतनाम करता पुरख निरभौ निर्वैर अकाल मूरत अजूनी सैभं। ये गुरप्रसाद उन्हां दे हिरदे च भी प्रगट हो जाएगा। तो इस तरह के नाल जिहड़े गुरमुख प्यारे परमात्मा का नाम सिमरन करते हैं, उन्हां दे मन के अंदर, उन्हां दे अंतर हिरदे के अंदर, उन्हां दे शरीर के विच ये परमात्मा के गुण हो जाते हैं और वो परमात्मा वर्गे स्वरूप हो जाते हैं, परमात्मा का ही रूप हो जाते हैं। तो साध संगत जी, इस तरह के नाल सानू सतगुरु बख्शिश करते हैं, भाई गुरमुख प्यारो परमात्मा नाल जुड़ के रहा करो। ये कतक का महीना जिहड़ा है, नाम सिमरन करने का समा बहुत सुहाना है। रुत ठंडी होंदी है, ना गपाई गर्म होंदी है, शीतल शीतल पौण वगदी होंदी है। और जो असी परमात्मा का नाम सिमरन करते हैं, सानू आनंद का खेड़ा आता है, आनंद की एक लहर आती है, साड़ी सुरती जी है परमात्मा की चरणों जाके जुड़ जाती है। तो परमात्मा साढ़े सिर पर हथ रख के सानू अपना कर लेंदा, अपना प्यारा कर लेंदा है। तो साध संगत जी, कतक होवै साध संग बिन सै शब्दे सोच। हुण पंचम पातशाह जी ने सानू फिर ये समझाया कि जो तुसी इस तरह नाल परमात्मा की शरण हो जाओगे ना, तो कतक दे विच फिर परमात्मा नाल जुड़े हुए जो तुसी साधारण दा संगत करोगे, संत पुरुषों की संगत करोगे, उदों फिर जिस गुरमुख प्यारे नूं परमात्मा का रंग चढ़ जाता है, परमात्मा का अमृत रस की प्राप्ति हो जाती है, उदों संसार के विच नहीं विचरना। उदों साधां की संगत करता है, उदों संतां पुरुषों की संगत करता है, उदों महापुरुषों की संगत करता है, उदों गुरमुख प्यारिਆਂ की संगत करता है और गुरमुख प्यारिਆਂ के नाल वो जिहड़ा है अपने वचन विलास करता है। तो फिर गुरु साहब कहते हैं कि जो तुसी गुरमुख प्यारे होकर परमात्मा का नाम जिहड़ा है, परमात्मा का स्वरूप जिहड़ा है, प्रकाश स्वरूप जिहड़ा है अपने हिरदे दे विच वसा के जो तुसी अपने जीवन में जिओगे ना, तो उदों तुसी साधां की संगत करोगे। और साधां की संगत के करन दे नाल की फल होएगा कि साडे जीवन दे विच बिन सै शब्दे सोच, साडे मन के अंतर हिरदे दे विच जिन्ने भी फुरने हुंदे आ, सोच मतलब गल नूं सोचना, फुरना, आ करांगे असीं आ करांगे, गुरु साहब कहते हैं कि सारे ही खत्म हो जाते हैं, इको रह जाता वो कोले परमात्मा का रस, परमात्मा का नाम।
परमात्मा का स्वरूप, परमात्मा की शरण, परमात्मा का प्यार, तो फिर वो परमात्मा के प्यार के परमात्मा नाल जुड़िया होया अपनी जिंदगी जिउंदा, अपने जीवन के जिहड़ा है वो विचरदा है। इस संसार के जिन्ना चिर परमात्मा ने समा दिता हुंदा, सांसां की पूंजी दी हुंदी है, उन्ना चिर विचर के उस तो बाद वो परमपिता परमात्मा के सचखंड के द्वारे के उत्ते उसनूं परमात्मा के दूत जिहड़े है वो सत्कार नाल बमान लैके फुलों की वर्खा करते हुए उसनूं सचखंड के द्वारे के उत्ते छड्डदे आ और उत्थे परमपिता परमात्मा उसनूं सत्कार करता है, जी आया कहता है। उत्थे परमपिता परमात्मा उसनूं अपने सचखंड के विच, जिस तरह ये दरबार लग्या ना साडा, इस तरह ही परमात्मा का द्वार भी सचखंड के विच लग्या। उत्थे फिर जिवें असीं संगतां बैठियां, इस तरह संगतां नाम जपण वालियां जिहड़ियां परमात्मा नाल जुड़ियां होईयां, जिहड़े परमात्मा के प्यारे है, वो उत्थे बैठ के सत्संग करते हैं, नाम सिमरन करते हैं और विराजमान परमात्मा की जोत स्वरूप जी होंगी है उसके दर्शदार भी करते हैं। इस तरह के नाल उस गुरमुख प्यारे को हमेशा ही परमात्मा के दर्शदारे होंदे रहंदे हैं। जे किते परमात्मा चाहे तो उस रूह को अपने जोत के विच भेद कर ले, जे किते परमात्मा चाहे तो उस रूह को संसार के विच भेज के संसार के लोगों का भला करने वास्ते भेज देवे, तो ये इत्थे आके कोई संत रूप होकर फिर संसार के लोगों को ये नाम जपावे। गुरु साहब कहते आप जपै अवरै नाम जपावे। ये संत पुरुष तां ही आउंदे संसार के उत्ते कि संसार के लोगों को नाम जपा के सच के रस्ते नाल जोड़िया जाए, इस परमात्मा के प्यार के विच जोड़िया जाए, परमात्मा के असल भेद जिहड़े है, सच जिहड़ा है उन्होंने ये संगतां जिहड़ियां समझ जाण ते फिर ये परमात्मा के प्यार के विच लीन होकर परमात्मा के नाल अभेद हो। तो साध संगत जी, ये है कत्तक महीने की गुरु साहब ने सानूं बख्शिश की हुई है। जो हो सकता है साहिब श्री गुरु ग्रंथ साहब गुरबाणी जिहड़ी है वो अथाह सागर है, एक बूंद जिहड़ी है वो सागर का पता नहीं ला सकती, पर जे किते सागर उसनूं अपने विच भेद करके ते सागर बना लवे तो फिर सागर की कृपा हो तो सागर ही अपने जिहड़े गुण है, अपने जिहड़े भेद है वो किसी को दस देवे, ये उसकी मर्जी है। यही परमपिता परमात्मा का खेल है भाई। जो असीं परमात्मा की शरण हो जाते हैं, परमात्मा ही सानूं अपने आप बाह फड़ के अपने नाल जोड़ लेंदा है, परमात्मा ही अपने भेद सानूं दसने शुरू कर दिंदा है। गुरु साहब बख्शिश करते हैं गुरबाणी दे विच, जिसनों तू जनाए है सोई जन जाने। हर जन उदों गुरु का प्यारा जिहड़ा है परमात्मा के भेदां नूं जानदा होया, परमात्मा का नाम सिमरदा होया सुखां की प्राप्ति करता और हमेशा के नाल परमात्मा के नाल जुड़िया रहिंदा है। इन्हीं विचारा करता होया दास क्षमा का जाचक है, भुला चुका हूँ क्षमा करना। वाहिगुरू जी का खालसा, वाहिगुरू जी की फतेह। साध संगत जी, वाहिगुरू जोत चैनल नूं सबसक्राइब करो, सेंड करो, लाइक करो एंड सेव करो। आपकी बड़ी मेहरबानी होगी।